ਸਤਿ ਸ਼੍ਰੀ ਅਕਾਲ। ਅੱਜ ਅਸੀਂ 12ਵੀਂ ਸ਼੍ਰੇਣੀ ਦੀ 24ਵੀਂ ਪੰਜਾਬੀ ਵਿਸ਼ੇ ਦੀ ਪਾਠ ਪੁਸਤਕ ਆਪ ਬੀਤੀਆਂ ਵਿੱਚੋਂ ਗੱਲਬਾਤ ਕਰਨ ਜਾ ਰਹੇ ਹਾਂ। ਆਪ ਬੀਤੀਆਂ ਕਿਤਾਬ ਵੱਖ-ਵੱਖ ਲੇਖਕਾਂ ਦੇ, ਵੱਖ-ਵੱਖ ਸਾਹਿਤਕਾਰਾਂ ਦੇ ਜੀਵਨ ਦੀਆਂ, ਉਹਨਾਂ ਦੀਆਂ ਸਵੈ ਜੀਵਨੀ ਦੇ ਵਿੱਚੋਂ ਲੈ ਹੋਏ ਕੁਝ ਇਹੋ ਜਿਹੇ ਅੰਸ਼ ਹਨ ਜਿਨ੍ਹਾਂ ਦੇ ਵਿੱਚ ਉਹਨਾਂ ਨੇ ਆਪਣੀ ਜ਼ਿੰਦਗੀ ਕਿਸ ਤਰ੍ਹਾਂ ਬਿਤਾਈ, ਜ਼ਿੰਦਗੀ ਦੇ ਵਿੱਚ ਕਿਵੇਂ ਉਹ ਅੱਗੇ ਵਧੇ, ਕਿੰਨਾ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। ਇਹ ਕਿਤਾਬ ਇਸ ਲਈ ਵੀ ਬਹੁਤ ਮਹੱਤਵਪੂਰਨ ਹੈ, ਇਹ ਸਿਖਾਉਣ ਵਾਸਤੇ ਕਿ ਜ਼ਿੰਦਗੀ ਕਦੇ ਵੀ ਇੰਨੀ ਸੌਖੀ ਨਹੀਂ ਹੁੰਦੀ, ਕਿਸੇ ਵਾਸਤੇ ਵੀ ਬਣਿਆ ਬਣਾਇਆ ਕਦੇ ਕੁਝ ਨਹੀਂ ਹੁੰਦਾ। ਜਦੋਂ ਅਸੀਂ ਇਹਨਾਂ ਵੱਡੇ ਰਾਈਟਰਸ, ਵੱਡੇ ਸਾਹਿਤਕਾਰ, ਵੱਡੇ ਲੇਖਕਾਂ ਨੂੰ ਪੜ੍ਹਦੇ ਹਾਂ ਤਾਂ ਇਵੇਂ ਲੱਗਦਾ ਹੈ ਕਿ ਸ਼ਾਇਦ ਅਸੀਂ ਵੀ ਕਦੇ ਇੱਥੇ ਤੱਕ ਪਹੁੰਚ ਸਕਦੇ ਹਾਂ। ਇਹ ਸਵੈ ਜੀਵਨੀ ਲਿਖਣ ਦਾ ਮਕਸਦ ਹੀ ਇਹੀ ਹੈ ਅਤੇ 12ਵੀਂ ਜਮਾਤ ਦੇ ਪਾਠਕ੍ਰਮ ਵਿੱਚ ਸ਼ਾਮਿਲ ਕਰਨ ਦਾ ਮਤਲਬ ਇਹੀ ਹੈ ਕਿ ਇਹ ਦੇਖਿਆ ਜਾਂ ਸੋਚਿਆ ਜਾ ਸਕੇ ਕਿ ਜੇ ਮਿਹਨਤ ਨਾਲ ਚੱਲਿਆ ਜਾਵੇ, ਇਮਾਨਦਾਰੀ ਨਾਲ ਚੱਲਿਆ ਜਾਵੇ ਤਾਂ ਜ਼ਿੰਦਗੀ ਦੀ ਕੋਈ ਵੀ ਕਮੀ, ਚਾਹੇ ਉਹ ਗਰੀਬੀ ਦੀ ਹੋਵੇ, ਚਾਹੇ ਉਹ ਕਿਸੇ ਹੋਰ ਤਰ੍ਹਾਂ ਦੀ ਦੁਸ਼ਵਾਰੀ ਹੋਵੇ, ਅਸੀਂ ਉਹਦੇ ਵਿੱਚੋਂ ਆਰਾਮ ਨਾਲ ਨਿਕਲ ਕੇ ਆਪਣੀ ਮੰਜ਼ਿਲ ਤੱਕ ਪਹੁੰਚ ਸਕਦੇ ਹਾਂ। ਇਸ ਕਿਤਾਬ ਦੇ ਵਿੱਚ ਵੱਖਰੇ ਵੱਖਰੇ ਰਾਈਟਰਸ ਦੀਆਂ ਸਵੈ ਜੀਵਨੀ ਦੇ ਵਿੱਚੋਂ ਕੋਈ ਅੰਸ਼ ਲਿਆ ਹੋਇਆ ਹੈ। 12ਵੀਂ ਜਮਾਤ ਵਾਸਤੇ ਪਿਆਰੇ ਵਿਦਿਆਰਥੀਓ, ਇਹ ਜ਼ਿੰਦਗੀ ਦਾ ਇੱਕ ਮਹੱਤਵਪੂਰਨ ਟਰਨਿੰਗ ਪੁਆਇੰਟ ਹੈ 12ਵੀਂ ਜਮਾਤ। ਇਹਦੇ ਵਿੱਚ ਅੱਗੇ ਵਧਣ ਵਾਸਤੇ ਤੁਹਾਡੇ ਕੋਲ ਬਹੁਤ ਮੌਕੇ ਹੋਣਗੇ ਅਤੇ ਇਹ ਕਿਤਾਬ ਤੁਹਾਡੇ ਵਾਸਤੇ ਇੱਕ ਪ੍ਰੇਰਨਾ ਸਰੋਤ ਦੇ ਤੌਰ 'ਤੇ ਕੰਮ ਕਰਦੀ ਹੈ। ਜਦੋਂ ਅਸੀਂ ਵੱਡੇ ਰਾਈਟਰਸ ਦੀ ਜੀਵਨੀ ਨੂੰ ਪੜ੍ਹਦੇ ਹਾਂ, ਕਿਸੇ ਨੂੰ ਵੀ ਰੋਲ ਮਾਡਲ ਮੰਨ ਕੇ ਅਤੇ ਉਹਦੇ ਵਰਗਾ ਬਣਨ ਵਾਸਤੇ ਜਦੋਂ ਅਸੀਂ ਉਹਦੇ ਜੀਵਨ ਨੂੰ ਸਮਝਦੇ ਹਾਂ ਅਤੇ ਫਿਰ ਸਾਨੂੰ ਅੱਗੇ ਵਧਣ ਤੋਂ ਕੋਈ ਨਹੀਂ ਰੋਕ ਸਕਦਾ। ਉਸ ਨਿਸ਼ਾਨੇ ਨੂੰ ਸਾਹਮਣੇ ਰੱਖ ਕੇ ਚੱਲਣਾ ਹੋਵੇ ਅਤੇ ਬਹੁਤ ਸਾਰੇ ਰਸਤੇ ਸੌਖੇ ਹੋ ਜਾਂਦੇ ਨੇ। ਇਸ ਕਿਤਾਬ ਦੇ ਵਿੱਚ ਅੱਜ ਅਸੀਂ ਪ੍ਰਿੰਸੀਪਲ ਤੇਜਾ ਸਿੰਘ ਦਾ ਪਾਠ ਹੈ ਮੁੱਢਲੀ ਅਵਸਥਾ, ਉਹਦੇ ਬਾਰੇ ਗੱਲਬਾਤ ਕਰਾਂਗੇ। ਪ੍ਰਿੰਸੀਪਲ ਤੇਜਾ ਸਿੰਘ ਦਾ ਜਨਮ 1893 ਈਸਵੀ ਨੂੰ ਪਿੰਡ ਅਡਿਆਲਾ ਵਿੱਚ ਹੋਇਆ ਸੀ, ਜਿਹੜਾ ਕਿ ਇਸ ਟਾਈਮ ਪਾਕਿਸਤਾਨ ਦੇ ਵਿੱਚ ਹੈ। ਉਹ ਇੱਕ ਬਹੁਤ ਵਧੀਆ ਸਾਹਿਤਕਾਰ ਸਨ। ਪੰਜਾਬੀ ਬੋਲੀ ਦੇ ਨਾਲ ਉਹਨਾਂ ਦਾ ਪਿਆਰ ਸਭ ਤੋਂ ਉੱਤੇ ਸੀ। ਇਹਨਾਂ ਦੀਆਂ ਮੁੱਖ ਰਚਨਾਵਾਂ ਸਹਿਜ ਸੁਭਾਅ, ਨਵੀਆਂ ਸੋਚਾਂ, ਸੱਭਿਆਚਾਰ, ਗੁਸਲਖਾਨਾ ਅਤੇ ਹੋਰ ਲੇਖ ਸਾਹਿਤ ਦਰਸ਼ਨ ਨੇ। ਇਹਨਾਂ ਦੀ ਪੂਰੀ ਜੇ ਅਸੀਂ ਸਵੈ ਜੀਵਨੀ ਪੜ੍ਹਨੀ ਹੋਵੇ ਤਾਂ ਉਸ ਪੁਸਤਕ ਦਾ ਨਾਮ ਆਰਸੀ ਹੈ। ਇਹ ਜਿਹੜੇ ਪਾਠ ਇਸ ਕਿਤਾਬ ਵਿੱਚ ਦਿੱਤਾ ਹੈ ਸਾਡੇ ਕੋਲ, ਮੁੱਢਲੀ ਅਵਸਥਾ, ਇਹਦੇ ਵਿੱਚ ਉਹਨਾਂ ਨੇ ਆਪਣਾ ਮੁੱਢਲਾ ਜੀਵਨ, ਮੁੱਢਲਾ ਮੀਨਸ ਛੋਟੇ ਬਚਪਨ ਦਾ ਜੀਵਨ ਹੈ, ਜਿਹਦੇ ਵਿੱਚ ਅਨੇਕਾਂ ਔਕੜਾਂ ਆਈਆਂ, ਪਰ ਫਿਰ ਵੀ ਉਹਨਾਂ ਨੇ ਇਹ ਦਿਖਾਇਆ ਕਿ ਉਹਨਾਂ ਵਿੱਚ ਪੜ੍ਹਨ ਦੀ ਕਿੰਨੀ ਪ੍ਰਬਲ ਇੱਛਾ ਸੀ। ਇਸ ਕਹਾਣੀ ਤੋਂ ਬਾਅਦ, ਇਸ ਸਵੈ ਜੀਵਨੀ ਅੰਸ਼ ਤੋਂ ਬਾਅਦ ਅਸੀਂ ਇਹ ਦੇਖਾਂਗੇ ਕਿ ਇੱਛਾ ਦਾ ਪ੍ਰਬਲ ਹੋਣਾ ਜ਼ਿਆਦਾ ਜ਼ਰੂਰੀ ਹੈ। ਉਹੋ ਜਿਹਾ ਹੀ ਮੌਕਾ, ਉਹੋ ਜਿਹਾ ਹੀ ਮੇਲ ਸਾਡਾ ਹੁੰਦਾ ਰਹਿੰਦਾ ਹੈ। ਪਰਮਾਤਮਾ ਸਾਨੂੰ ਉਹਨਾਂ ਲੋਕਾਂ ਦੇ ਨਾਲ ਹੀ ਮਿਲਾਉਂਦਾ ਹੈ ਜੋ ਸਾਨੂੰ ਅੱਗੇ ਵਧਣ ਵਿੱਚ ਸਾਡੀ ਮਦਦ ਕਰਦੇ ਨੇ। ਇਹਦੇ ਵਿੱਚ ਉਹਨੇ ਦੱਸਿਆ ਹੈ ਕਿ ਮੁੱਢਲੀ ਅਵਸਥਾ ਦੇ ਵਿੱਚ, ਮੈਂ ਤੁਹਾਨੂੰ ਇਸ ਪਾਠ ਦੇ ਬਾਰੇ ਹੁਣ ਥੋੜ੍ਹੀ ਡਿਟੇਲ 'ਚ ਦੱਸਣ ਜਾ ਰਹੀ ਹਾਂ ਕਿ 1902 ਦੇ ਵਿੱਚ ਪ੍ਰਿੰਸੀਪਲ ਤੇਜਾ ਸਿੰਘ ਨੇ ਜਦੋਂ 5ਵੀਂ ਜਮਾਤ ਪਾਸ ਕਰ ਲਈ ਤਾਂ ਘਰ ਵਾਲਿਆਂ ਨੂੰ ਇਹ ਲੱਗਣ ਲੱਗ ਗਿਆ। ਉਹਨਾਂ ਨੇ ਉਦਾਹਰਨਾਂ ਦੇ ਕੇ ਦੱਸਿਆ ਕਿ ਦੇਖ, ਸਾਡੇ ਪਿੰਡ ਦਾ ਪਟਵਾਰੀ 3 ਜਮਾਤਾਂ ਪਾਸ ਅਤੇ ਨੰਬਰਦਾਰ 4, ਹੁਣ ਅਸੀਂ ਤੈਨੂੰ 5 ਕਰਾ ਦਿੱਤੀਆਂ। ਦੈਟ ਮੀਨਸ ਕਿ ਤੂੰ ਕਾਫੀ ਪੜ੍ਹ ਗਿਆ ਹੈ, ਹੁਣ ਹੋਰ ਕੀ ਕਰਨਾ ਹੈ। ਠੀਕ ਹੈ, ਮੈਂ ਵੀ ਕਹਿੰਦਾ ਆਰਾਮ ਨਾਲ ਘਰ ਬੈਠ ਗਿਆ। ਲੇਖਕ ਨੇ ਡੰਗਰ ਚਾਰੇ, ਹੱਟੀ ਕੀਤੀ, ਆਟਾ ਪਿਸਾਇਆ, ਮਤਲਬ ਹਰ ਤਰ੍ਹਾਂ ਦਾ ਪੇਂਡੂ ਜੀਵਨ ਬਿਤਾਇਆ। ਉਹ ਵੀ ਆਪਣੇ ਪਸ਼ੂ ਲੈ ਕੇ, ਜਿਵੇਂ ਪਿੰਡ ਦੇ ਹੋਰ ਲੋਕ ਜਾਂਦੇ ਉਹਨਾਂ ਦੇ ਨਾਲ ਹੀ ਚਲਾ ਜਾਂਦਾ। ਸਾਰਾ ਦਿਨ ਇੱਕ ਪਿੱਪਲ ਦੇ ਹੇਠਾਂ ਸੱਫ ਵਿਛਾ ਕੇ ਬੈਠਦਾ। ਕਹਿੰਦਾ ਮੇਰੇ ਕੋਲ ਇੱਕ ਸੋਹਣੀ ਜਿਹੀ ਖੂੰਡੀ ਹੁੰਦੀ ਸੀ ਅਤੇ ਜਿਹਦੇ 'ਚ ਪਿੱਤਲ ਦੇ ਕੋਕੇ ਹੁੰਦੇ ਸੀ। ਨਾਲ ਮੈਂ ਇੱਕ ਵੱਡੀ ਸਾਰੀ ਕਿੱਸਿਆਂ ਵਾਲੀ ਕਿਤਾਬ ਲੈ ਜਾਂਦਾ ਸੀ, ਕਿਉਂਕਿ ਬਾਕੀ ਨਾਲ ਜਾਣ ਵਾਲੇ ਅਨਪੜ੍ਹ ਹੁੰਦੇ ਸਨ ਅਤੇ ਮੈਂ ਨਾਲ ਵਾਲੇ ਬਾਗੀਆਂ ਨੂੰ ਆਪਣੀ ਉਸ ਵਿੱਚੋਂ, ਕਿੱਸਿਆਂ ਦੀ ਕਿਤਾਬ ਦੇ ਵਿੱਚੋਂ ਕਿੱਸੇ ਪੜ੍ਹ ਕੇ ਸੁਣਾਉਂਦਾ ਹੁੰਦਾ ਸੀ। ਫਿਰ ਇੱਕ ਜੰਤਰੀ ਹੁੰਦੀ
ਜਿਹਦੇ ਵਿੱਚੋਂ ਮੈਂ ਬਾਕੀਆਂ ਨੂੰ ਇਹ ਦੇਖ ਕੇ ਦੱਸਤਾ ਕਿ ਕਦੋਂ ਮੀਂਹ ਆਉਣਾ ਏ, ਕਦੋਂ ਹਨੇਰੀ ਆਉਣੀ ਹੈ। ਮਤਲਬ ਮੈਂ ਆਪਣੇ ਪੜ੍ਹੇ ਲਿਖੇ ਹੋਣ ਦਾ ਵੀ ਰੋਹਬ ਪਾਉਂਦਾ, ਪਰ ਮੇਰੀ ਪੜ੍ਹਾਈ ਦਾ ਉਸ ਟਾਈਮ ਕੋਈ ਜ਼ਿਆਦਾ ਮੁੱਲ ਨਹੀਂ ਸੀ। ਇੱਕ ਵਾਰ ਉਹਨੇ ਇੱਕ ਬੜੀ ਘਟਨਾ ਦਾ ਜ਼ਿਕਰ ਕੀਤਾ ਹੈ ਕਿ ਜਿਹਦੇ ਵਿੱਚ ਅਚੇਤ ਮਨ ਵਿੱਚ, ਬੱਚੇ ਦੇ ਮਨ ਦੇ ਵਿੱਚ ਕੀ ਪ੍ਰਭਾਵ ਪੈਂਦੇ ਨੇ। ਕਹਿੰਦੇ ਉਹਨੇ ਦੇਖਿਆ ਕਿ ਇੱਕ ਵਾਰ ਆਟਾ ਪਿਸਾਉਣ ਵਾਸਤੇ ਮੈਂ ਆਪਣੇ ਤਾਇਆ ਜਗਨਨਾਥ ਦੇ ਨਾਲ ਗਿਆ ਅਤੇ ਮੈਂ ਬੋਰੀ ਆਟਾ ਪਿਸਾਉਣ ਸੀ, ਪਰ ਸਾਰਾ ਦਿਨ ਖੇਡਦਾ ਰਿਹਾ ਕਿਉਂਕਿ ਆਟਾ ਪਿਸਾਉਣ ਦੀ ਵਾਰੀ ਰਾਤ ਨੂੰ 9 ਵਜੇ ਆਈ। ਜਦੋਂ ਆਟਾ ਪੀਸਿਆ ਗਿਆ, ਅਸੀਂ ਲੈ ਕੇ ਤੁਰਨ ਲੱਗੇ ਤਾਂ ਇੱਕ ਵਹਿਮ ਸੀਗਾ ਕਿ ਜਿਹੜਾ ਕਹਿੰਦੇ ਕਿ ਜਿਹੜਾ ਹਿੰਦੂ ਹੋਵੇ ਅਤੇ ਅਰਬੀ ਭਾਸ਼ਾ ਪੜ੍ਹਦਾ ਹੋਵੇ ਉਹ ਆਦਮੀ ਤਾਂ ਜ਼ਰੂਰ ਜਿੰਨ ਭੂਤ ਬਣੂਗਾ। ਅਤੇ ਕਹਿੰਦੇ ਕਿ ਮੇਰੇ ਤਾਏ ਨੇ ਕਿਹਾ ਤੂੰ ਇੱਥੋਂ ਬਚ ਕੇ ਲੰਘੀ ਕਿਉਂਕਿ ਰਸਤੇ ਦੇ ਵਿੱਚ ਚੰਦਰਪਾਨ ਦੀ ਸਾੜਨ ਵਾਲੀ ਜਗ੍ਹਾ ਆਉਣੀ ਹੈ। ਕਹਿੰਦੇ ਅਸੀਂ ਚੱਲਦੇ ਗਏ, ਦੋਨੋਂ ਚੱਲਦੇ ਗਏ, ਪਰ ਕਿਉਂਕਿ ਦਿਮਾਗ ਦੇ ਵਿੱਚ ਉਹੀ ਇੱਕ ਪਰਛਾਵਾਂ ਸੀ, ਇੱਕ ਨਿਸ਼ਾਨੀ ਸੀ ਕਿ ਚੰਦਰਪਾਨ ਦੀ ਚਿਖਾ ਵੱਲ ਅਸੀਂ ਨਹੀਂ ਜਾਣਾ। ਕਹਿੰਦੇ ਜਾਂਦਿਆਂ ਜਾਂਦਿਆਂ ਪੈਰ ਮੇਰੇ ਇੱਕ ਪਾਸੇ ਵੱਲ ਗਏ ਅਤੇ ਥੋੜ੍ਹਾ ਜਿਹਾ ਪੈਰ ਦੇ ਨਾਲ ਕੁਛ ਅਜੇ ਵੱਜਿਆ ਹੀ ਸੀ ਅਤੇ ਡਰ ਦੇ ਮਾਰੇ ਸਿਰ ਤੋਂ ਆਟੇ ਦੀ ਬੋਰੀ ਹੇਠਾਂ ਡਿੱਗ ਪਈ। ਸਾਰੀ ਰਾਤ ਇੱਕ ਰੁੱਖ ਨੂੰ, ਤੂਤ ਨੂੰ ਜੱਫਾ ਪਾ ਕੇ ਕੱਟੀ। ਇੰਨਾ ਜ਼ਿਆਦਾ ਡਰ ਗਿਆ ਕਿਉਂਕਿ ਬੱਚੇ ਦੇ ਮਨ ਵਿੱਚ ਇਹ ਵਾਲੀਆਂ ਛੋਟੀਆਂ ਗੱਲਾਂ ਬਹੁਤ ਛੇਤੀ ਕਰ ਜਾਂਦੀਆਂ ਨੇ। ਜਿਹੜਾ ਤਾਇਆ ਜਗਨਨਾਥ ਸੀ ਉਹਨਾਂ ਨੇ ਉਹ ਤਾਂ ਆਪਣਾ ਆਟਾ ਚੁੱਕ ਕੇ ਵਾਪਸ ਆ ਗਿਆ, ਅਤੇ ਪਰ ਲੇਖਕ ਕਹਿੰਦਾ ਹੈ ਕਿ ਮੈਂ ਸਾਰੀ ਦੀ ਸਾਰੀ ਰਾਤ ਉੱਥੇ ਹੀ ਰੁਕਿਆ ਰਿਹਾ, ਇੱਕ ਰੁੱਖ ਨੂੰ ਜੱਫਾ ਪਾ ਕੇ ਬੈਠਿਆ ਰਿਹਾ। ਠੀਕ ਹੈ, ਉਹ ਪਸ਼ੂ ਵੀ ਚਰਾਉਂਦਾ ਸੀ, ਘਰਦਿਆਂ ਦੇ ਨਾਲ ਕੰਮ ਵੀ ਕਰਾਉਂਦਾ ਸੀ, ਪਰ ਕਹਿੰਦਾ ਕਿ ਮੈਂ ਆਪਣੀ ਇਸ ਜ਼ਿੰਦਗੀ ਦੇ ਨਾਲ ਰਾਜ਼ੀ ਨਹੀਂ ਸੀ। ਮੈਨੂੰ ਨਹੀਂ ਸੀ ਇਹ ਗੱਲ ਚੰਗੀ ਲੱਗਦੀ ਕਿ ਮੈਂ ਇਸੇ ਤਰ੍ਹਾਂ ਦਾ ਜੀਵਨ ਬਿਤਾਵਾਂ। 5ਵੀਂ ਜਮਾਤ ਪਾਸ ਕਰ ਲਈ ਸੀ, ਦਿਲ ਕਰਦਾ ਸੀ ਕਿ ਕਿਵੇਂ ਇਸ ਪਿੰਡੋਂ ਵਿੱਚੋਂ ਨਿਕਲਾਂ, 16 ਜਮਾਤਾਂ ਪਾਸ ਕਰਾਂ ਅਤੇ ਅੱਗੇ ਵਧਾਂ। ਸੋਚਦਾ ਹੀ ਰਹਿੰਦਾ ਸੀ। ਕਹਿੰਦਾ ਇਹ ਹੈ ਕਿ ਜਿਹਦੇ ਮਨ ਵਿੱਚ ਪੜ੍ਹਨ ਦੀ, ਅੱਗੇ ਵਧਣ ਦੀ ਇੱਛਾ ਸੀ, ਉਸੇ ਹੀ ਪਿੰਡ ਦਾ ਨੰਬਰਦਾਰ, ਉਸ ਦੇ ਕੋਲੋਂ ਉਸਨੇ ਤਸਵੀਰਾਂ ਖਿੱਚਣ ਦਾ ਸ਼ੌਕ ਪੈਦਾ ਕੀਤਾ। ਇੱਕ ਗੁਆਂਢੀ ਸੀ ਈਸਰ ਦਾਸ, ਜਿਸ ਨੇ ਉਹਨੂੰ ਪੁਰਾਣੇ ਸਾਹਿਤ ਦੇ ਨਾਲ ਮਿਲਾਇਆ। ਉਸਨੇ ਰਮਾਇਣ ਮਹਾਂਭਾਰਤ ਦੀਆਂ ਕਥਾ ਕਹਾਣੀਆਂ ਉਹਨੂੰ, ਕਿਉਂਕਿ ਪੜ੍ਹਨਾ ਲਿਖਣਾ ਤਾਂ ਆਉਂਦਾ ਸੀ, ਉਹਨੇ ਉਹ ਪੜ੍ਹਨ ਲਿਖਣ ਦੇ ਵਿੱਚ ਉਸਦਾ ਹੋਰ ਜ਼ਿਆਦਾ ਇੰਟਰਸਟ ਪੈਦਾ ਕੀਤਾ। ਉਹ ਕਹਿੰਦਾ ਹੈ ਕਿ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਹੁਣ ਵੀ ਜਿੱਥੋਂ ਤੱਕ ਹਿੰਦੂ ਮਤ ਸੰਬੰਧੀ ਜੋ ਵੀ ਕੁਝ ਜਾਣਕਾਰੀ ਹੈ, ਮੇਰੇ ਕੋਲ ਉਹ ਕਰਿਆਨੇ ਵਾਲੇ ਪੰਡਤ ਈਸਰ ਦਾਸ ਦੀ ਮਿਹਰਬਾਨੀ ਦੇ ਸਦਕਾ ਹੈ। ਇਸ ਪਾਠ ਦੇ ਵਿੱਚ ਪ੍ਰਿੰਸੀਪਲ ਤੇਜਾ ਸਿੰਘ ਦੀ ਇਹ ਗੱਲ ਮੈਨੂੰ ਬਹੁਤ ਵਧੀਆ ਲੱਗਦੀ ਹੈ। ਉਹਨਾਂ ਨੇ ਲਿਖਿਆ ਹੈ ਕਿ ਜਿਹੜੀ ਜਾਣ ਪਛਾਣ ਬਚਪਨ ਵਿੱਚ ਪੱਲੇ ਪੈਂਦੀ ਹੈ ਨਾ, ਉਹ ਤੋੜ ਨਿਭਦੀ ਹੈ। ਪਿੱਛੋਂ ਜਾ ਕੇ ਨਾ ਤਾਂ ਉਹ ਯਾਦਾਂ ਰਹਿੰਦੀਆਂ ਨੇ ਅਤੇ ਨਾ ਹੋਏ ਸ਼ੌਕ। ਮਤਲਬ ਬਚਪਨ ਵਿੱਚ ਅਸੀਂ ਜਿਹੜੀ ਚੀਜ਼, ਜਿਹੜੇ ਸ਼ੌਕ ਨੂੰ ਲੈ ਕੇ ਚੱਲਦੇ ਹਾਂ, ਉਹ ਸਦਾ ਸਾਡੇ ਨਾਲ ਰਹਿੰਦੀ ਹੈ। ਸਾਡੇ ਮਨ ਵਿੱਚ ਅੱਗੇ ਜਾ ਕੇ ਅਸੀਂ ਆਪਣੇ ਉਸ ਸ਼ੌਕ ਨੂੰ ਪੂਰਾ ਕਰ ਸਕਦੇ ਹਾਂ, ਪਰ ਜੋ ਇੰਟਰਸਟ ਛੋਟੇ ਹੁੰਦਿਆਂ ਸਾਡੇ ਮਨ ਵਿੱਚ ਬੈਠ ਜਾਂਦੇ ਨੇ, ਉਹ ਸਦਾ ਹੀ ਸਾਡੇ ਨਾਲ ਚੱਲਦੇ ਨੇ। ਇਸ ਤੋਂ ਬਾਅਦ ਕਹਾਣੀਆਂ, ਨਾਟਕਾਂ, ਇਤਿਹਾਸ ਦੇ ਵਿੱਚ ਉਹ ਨਾਟਕ ਵੀ ਖੇਡਦਾ ਰਿਹਾ। ਪਿੰਡ ਦੇ ਵਿੱਚ ਹੋਣ ਵਾਲੀਆਂ ਜਿਹੜੇ ਕੋਈ ਛੋਟੇ ਨੁੱਕੜ ਨਾਟਕ ਹੁੰਦੇ ਸਨ, ਉਹਦਾ ਹਿੱਸਾ ਬਣਦਾ ਰਿਹਾ। ਪਰ ਫਿਰ ਵੀ ਕਹਿੰਦੇ ਕਿ ਇੱਕ ਵਾਰ ਮੈਂ ਨਾਟਕ ਦਾ ਡਾਇਲੋਗ ਬੋਲਦੇ ਬੋਲਦੇ ਹਿੰਦੀ ਦੇ ਵਿੱਚ ਪੰਜਾਬੀ ਬੋਲ ਦਿੱਤੀ, ਰੇ ਪੰਡਤ ਕਾਂਚੀ ਕਾ ਰਸਤਾ ਕਿਹੜਾ ਹੈ। ਅਤੇ ਕਹਿੰਦੇ ਕਿ ਮੈਨੂੰ ਵਿੱਚੋਂ ਹੀ ਇੱਕ ਦਰਸ਼ਕ ਨੇ ਟੋਕਿਆ ਕਿ ਤੈਨੂੰ ਇੰਨੇ ਸਾਲ ਪੜ੍ਹਦੇ ਨੂੰ ਹੋਏ, ਤੂੰ ਅਜੇ ਵੀ ਕਿਹੜਾ ਹੀ ਕਹਿੰਦਾ ਹੈ। ਇਹ ਸਾਰੀਆਂ ਛੋਟੀਆਂ ਉਦਾਹਰਨਾਂ ਉਸਨੇ ਇਸ ਲਈ ਦਿੱਤੀਆਂ ਨੇ ਕਿ ਮੈਂ ਕਈ ਕੁਝ ਕੀਤਾ, ਜਾਣਕਾਰੀ ਇਕੱਠੀਆਂ ਕੀਤੀਆਂ, ਪਰ ਜਿਹੜੀ ਰਸਮੀ ਸਿਖਲਾਈ ਅਸੀਂ ਸਕੂਲਾਂ ਵਿੱਚ ਆ ਕੇ ਪੜ੍ਹਦੇ ਹਾਂ, ਉਸ ਨੂੰ ਲੇਖਕ ਕਿਤੇ ਨਾ ਕਿਤੇ ਮਿਸ ਕਰਦਾ ਰਿਹਾ, ਕਿਤੇ ਨਾ ਕਿਤੇ ਯਾਦ ਕਰਦਾ ਰਿਹਾ। ਉਸ ਦੇ ਮਨ ਵਿੱਚ ਇੱਛਾ ਸੀ ਕਿ ਮੈਂ ਪੜ੍ਹਨਾ ਹੈ ਅਤੇ ਮੈਂ ਅੱਗੇ ਵਧਣਾ ਹੈ। ਇਸ ਵਾਸਤੇ ਕਾਫੀ ਕੁਝ ਕਰਨ ਦੇ ਬਾਵਜੂਦ ਵੀ ਉਸ ਦੇ ਮਨ ਵਿੱਚੋਂ ਇਹ ਇੱਛਾ ਨਾ ਗਈ। ਉਹ ਅਰਬੀ ਫਾਰਸੀ ਵੀ ਸਿੱਖਦਾ ਗਿਆ, ਲੋਕਾਂ ਦੇ ਨਾਲ ਰਾਸ ਮੰਡਲੀਆਂ ਵਿੱਚ ਵੀ ਕਰਦਾ ਰਿਹਾ, ਪਰ ਪੜ੍ਹਾਈ ਵਾਲੀ ਇੱਛਾ ਉਸਦੀ ਖਤਮ ਨਹੀਂ ਹੋਈ। ਫਿਰ ਤੁਹਾਨੂੰ ਸੁਣ ਕੇ ਹੈਰਾਨੀ ਹੋਊਗੀ, ਅਸੀਂ ਇਸ ਉਮਰ ਦੇ ਵਿੱਚ, ਛੋਟੀ ਉਮਰ ਦੇ ਵਿੱਚ ਉਸਨੇ ਕੀ ਕੀਤਾ। ਉਸਨੇ 1902 ਵਿੱਚ, ਆਪਾਂ ਇਹ ਹੁਣੇ ਪੜ੍ਹਿਆ ਸੀ ਕਿ 1902 ਵਿੱਚ ਉਸਨੇ 5ਵੀਂ ਪਾਸ ਕੀਤੀ ਸੀ, ਅਤੇ 1905 ਦੇ ਵਿੱਚ, ਮਤਲਬ 3 ਸਾਲ ਘਰ ਰਹਿਣ ਤੋਂ ਬਾਅਦ
ਉਹ ਜ਼ਿੰਦਗੀ ਬਿਤਾਉਣ ਤੋਂ ਬਾਅਦ ਵੀ ਇੱਕ ਵਾਰ ਕੀ ਹੋਇਆ ਕਿ ਘਰਦਿਆਂ ਤੋਂ ਚੋਰੀ, ਆਪਣੇ ਘਰ ਦੇ ਜਦੋਂ ਉਸਨੂੰ ਲੱਗਾ ਕਿ ਸ਼ਾਇਦ ਮੈਨੂੰ ਇਹ ਪੜ੍ਹਾਉਣਗੇ ਕਿ ਨਹੀਂ ਪੜ੍ਹਾਉਣਗੇ, ਉਹ ਆਪਣੇ ਕੁਝ ਸਬਜ਼ੀ ਵੇਚਣ ਵਾਲਿਆਂ ਦੇ ਨਾਲ ਰਲ ਕੇ ਰਾਵਲਪਿੰਡੀ ਦੌੜ ਆਇਆ। ਸਬਜ਼ੀ ਮੰਡੀ ਵਿੱਚ ਆ ਕੇ ਜਦੋਂ ਉਹਨਾਂ ਦੇ ਟਰੱਕ ਲੱਥੇ ਅਤੇ ਕਹਿੰਦੇ ਕਿ ਮੈਂ ਇਕੱਲਾ ਰਹਿ ਗਿਆ, ਉਹ ਸਾਰੇ ਆਪੋ ਆਪਣੇ ਕੰਮ ਲੱਗ ਗਏ। ਜੇਬ ਵਿੱਚ ਸਿਰਫ 2 ਪੈਸੇ ਸਨ, ਭੁੱਖ ਲੱਗੀ ਸੀ ਅਤੇ ਫਿਰ ਉਸਨੇ ਨਜ਼ਰ ਮਾਰ ਕੇ ਕਿਸ਼ਾਬੇ ਵਿੱਚ 2 ਸੂਹੇ ਗੋਲ ਗੋਲ ਉਸਨੇ ਫਲ ਦੇਖੇ। ਦੁਕਾਨਦਾਰ ਨੂੰ ਪੁੱਛਿਆ ਅਤੇ ਪੈਸੇ ਦੇ ਕੇ ਉਹਨੇ ਉਹਨੂੰ ਫਲ ਦੇ ਦਿੱਤੇ 1 ਪੈਸੇ ਦੇ। ਉਹ ਸੀ ਕਿ ਟਮਾਟਰ, ਕਿਉਂਕਿ ਉਹ ਪਿੰਡ ਵਿੱਚ ਰਹਿੰਦੇ ਨਾ ਉਸਨੇ ਕਦੀ ਦੇਖਿਆ ਸੀ ਅਤੇ ਨਾ ਉਸਨੂੰ ਬੜੀ ਨਵੀਂ ਜਿਹੀ ਚੀਜ਼ ਲੱਗੀ। ਫਿਰ ਉਸਨੇ ਬਚੇ 1 ਪੈਸੇ ਦੀਆਂ ਮੂਲੀਆਂ ਖਾਧੀਆਂ। ਮਤਲਬ ਇਹ ਉਸਦੀ ਜ਼ਿੰਦਗੀ ਦੀ ਪਹਿਲਾ ਕਦਮ ਸੀ ਜਿਹੜਾ ਉਸਨੇ ਪੜ੍ਹਾਈ ਵੱਲ ਚਲਾਇਆ ਆਪਣਾ। ਪਹਿਲੀ ਵਾਰ ਉਹ ਆਪਣੇ ਘਰ ਤੋਂ ਬਾਹਰ ਨਿਕਲਿਆ ਕਿਸ ਵਾਸਤੇ? ਪੜ੍ਹਨ ਵਾਸਤੇ, ਕਿਉਂਕਿ ਉਸਨੂੰ ਸੀ ਕਿ ਮੈਂ ਨਿਕਲੂੰਗਾ, ਚੱਲਾਂਗਾ ਤਾਂ ਰਸਤੇ ਜ਼ਰੂਰ ਬਣਨਗੇ। ਬਿਨਾਂ ਕੋਈ ਨਿਸ਼ਾਨਾ, ਬਿਨਾਂ ਕੋਈ ਮੰਜ਼ਿਲ ਹੈ, ਉਹ ਘਰੋਂ ਚੱਲ ਪਿਆ। ਫਿਰ ਕਹਿੰਦੇ ਮੈਂ ਸਾਰਾ ਦਿਨ ਉੱਥੇ, ਨਾ ਮੇਰੀ ਕੋਈ ਜਾਣ ਨਾ ਪਛਾਣ, ਕਿਉਂਕਿ ਸ਼ਹਿਰ ਵਿੱਚ ਨਵਾਂ ਆਇਆ ਸੀ। ਜੇ ਇੱਕ ਚਾਅ ਸੀ ਤਾਂ ਸਿਰਫ ਪੜ੍ਹਨ ਦਾ, ਪਰ ਸਕੂਲ ਕਿਵੇਂ ਪਹੁੰਚਿਆ ਜਾਵੇ? ਕਹਿੰਦੇ ਧਰਮਸ਼ਾਲਾ ਦੇ ਥੜੇ ਦੇ ਉੱਤੇ 2 ਬਜ਼ੁਰਗ ਬੈਠੇ ਸਨ, ਇੱਕ ਹਿੰਦੂ ਅਤੇ ਇੱਕ ਸਿੱਖ। ਸਿੱਖ ਨੇ ਪੁੱਛਿਆ ਕਾਕਾ ਕੀ ਲੱਭਦਾ ਏ? ਕਹਿੰਦਾ ਜੀ ਮੈਂ ਕੰਮ ਲੱਭਦਾ ਏ। ਕਿਹੜੀ ਨੌਕਰੀ ਕਰਨੀ ਹੈ? ਕਹਿੰਦਾ ਜੀ ਜਿਹੜੀ ਲੱਭ ਪਵੇ ਮੈਂ ਤਾਂ ਉਹੀ ਕਰ ਲਵਾਂਗਾ। ਫਿਰ ਬਜ਼ੁਰਗ ਹਿੰਦੂ ਨੇ ਪੁੱਛਿਆ ਘਰ ਦਾ ਕੰਮ ਕਰੇਂਗਾ, ਭਾਂਡੇ ਮਾਂਜੇਗਾ, ਕੱਪੜੇ ਧੋਵੇਂਗਾ? ਹਾਲਾਂਕਿ ਲੇਖਕ ਨੂੰ ਇਹੋ ਜਿਹੀ ਕੋਈ ਇੱਛਾ ਨਹੀਂ ਸੀ, ਨਾ ਹੀ ਕੁਛ ਇਹੋ ਜਿਹਾ ਆਉਂਦਾ ਸੀ, ਪਰ ਪੜ੍ਹਨ ਵਾਸਤੇ ਸਭ ਕੁਛ ਮੰਨ ਗਿਆ ਅਤੇ ਉਸਨੇ ਕਿਹਾ ਹਾਂਜੀ ਮੈਂ ਸਭ ਕੁਛ ਕਰ ਲੈਣਾ ਹੈ। ਲਵੇਂਗਾ ਕੀ? ਉਹਨਾਂ ਨੇ ਪੁੱਛਿਆ ਕਿ ਤੂੰ ਬਦਲੇ ਵਿੱਚ ਲਵੇਂਗਾ ਕੀ? ਉਸਨੇ ਕਿਹਾ ਸਿਰਫ ਮੈਨੂੰ ਰੋਟੀ ਚਾਹੀਦੀ ਹੈ, ਪੜ੍ਹਨ ਜੋਗੀ ਖੁੱਲ੍ਹ ਚਾਹੀਦੀ ਹੈ ਅਤੇ ਥੋੜ੍ਹਾ ਜਿਹਾ ਸਮਾਂ ਚਾਹੀਦਾ ਹੈ। ਬਜ਼ੁਰਗ ਹਿੰਦੂ ਨੂੰ ਲੜਕਾ ਠੀਕ ਲੱਗਾ ਅਤੇ ਉਸਦੇ ਘਰ ਉਹ ਨੌਕਰ ਦਾ ਕੰਮ ਕਰਨ ਲੱਗਾ। ਕਹਿੰਦਾ ਮੈਂ ਸਾਰਾ ਦਿਨ ਉਹਦੇ ਨਾਲ ਘਰ ਦਾ ਕੰਮ ਕਰਦਾ, ਭਾਂਡੇ ਮਾਂਜਦਾ, 10 ਵਜੇ ਸਕੂਲ ਪੜ੍ਹਨ ਜਾਂਦਾ, ਸ਼ਾਮ ਨੂੰ ਫਿਰ ਆ ਕੇ ਕੰਮ ਕਰਦਾ, ਐਤਵਾਰ ਨੂੰ ਸਾਰੇ ਪਰਿਵਾਰ ਦੇ ਕੱਪੜੇ ਧੋਂਦਾ। ਰਾਤ ਨੂੰ ਜਦੋਂ ਤੱਕ ਉਹ ਬਜ਼ੁਰਗ ਸੌਂ ਨਾ ਜਾਂਦਾ, ਕਦੇ ਮੈਂ ਉਸਨੂੰ ਪਹਿਲੋਂ ਕਹਾਣੀਆਂ ਸੁਣਾਉਂਦਾ, ਧਰੂ ਭਗਤ ਦੀਆਂ, ਜਨਮੇਜਾ, ਰਾਮ, ਲਛਮਣ, ਸੀਤਾ, ਸਭ ਦੀਆਂ ਕਹਾਣੀਆਂ ਸੁਣਾਉਂਦਾ ਅਤੇ ਫਿਰ ਉਹਨਾਂ ਦੀਆਂ ਲੱਤਾਂ ਘੁੱਟਦਾ। ਜਦੋਂ ਲੱਤਾਂ ਘੁੱਟਦੇ ਘੁੱਟਦੇ ਬੜੇ ਆਰਾਮ ਦੇ ਨਾਲ ਸੌਂ ਜਾਂਦੇ ਅਤੇ ਫਿਰ ਲੇਖਕ ਦੇ ਪੜ੍ਹਨ ਦਾ ਸਮਾਂ ਸਟਾਰਟ ਹੁੰਦਾ। ਤੁਸੀਂ ਸੋਚੋ ਇਹ ਕਿੰਨਾ ਵੱਡਾ ਪੁਆਇੰਟ ਹੈ ਉਸਦੀ ਜ਼ਿੰਦਗੀ ਦੇ ਵਿੱਚ। ਫਿਰ ਉਹ ਪੜ੍ਹਨਾ ਸਟਾਰਟ ਕਰਦਾ, ਸਾਰਾ ਦਿਨ ਕੰਮ ਕਰਦਾ, ਕੰਮ ਕਰਨ ਤੋਂ ਬਾਅਦ ਜਦੋਂ ਸਾਰੇ ਸੌਂਦੇ ਅਤੇ ਉਦੋਂ ਉਹ ਜਾਗਦਾ। ਉਹ ਇਹ ਵੀ ਦੱਸਦਾ ਹੈ ਕਿ ਮੈਨੂੰ ਉਹਨਾਂ ਦਿਨਾਂ ਤੋਂ ਹੀ ਉਨੀਂਦਰਾ, ਰਾਤ ਨੂੰ ਨਾ ਸੌਣ ਦੀ ਵੀ ਆਦਤ ਪਈ ਹੋਈ ਹੈ। ਮੈਂ ਆਪਣੀ ਸਾਰੀ ਜ਼ਿੰਦਗੀ 'ਚ 3 ਘੰਟੇ ਤੋਂ ਵੱਧ ਕਦੇ ਨਹੀਂ ਸੁੱਤਾ। ਫਿਰ ਹੌਲੀ ਹੌਲੀ, ਕਿਉਂਕਿ ਉਸਦੇ ਮਾਂ ਬਾਪ ਨੇ ਵੀ ਲੱਭਣਾ ਹੀ ਸੀ, ਉਹ ਘਰਦਿਆਂ ਤੋਂ ਚੋਰੀ ਆਇਆ ਸੀ ਅਤੇ ਉਸੇ ਸ਼ਹਿਰ ਵਿੱਚ ਉਸਦੇ ਨਾਨਕੇ ਰਹਿੰਦੇ ਸਨ। ਉਹ ਆਪਣੇ ਨਾਨਕਿਆਂ ਨੂੰ ਜਦੋਂ ਪਤਾ ਲੱਗਾ ਕਿ ਇਹ ਲੜਕਾ ਇੱਥੇ ਸ਼ਹਿਰ ਵਿੱਚ ਹੈ, ਉਹ ਮੈਨੂੰ ਆਪਣੇ ਮੁਹੱਲੇ ਵਿੱਚ ਆਪਣੇ ਘਰ ਲੈ ਗਏ। ਹੌਲੀ ਹੌਲੀ ਕਹਿੰਦੇ ਮੇਰੇ ਪਿੰਡ ਵਾਲਿਆਂ ਨੂੰ ਵੀ ਮੇਰਾ ਪਤਾ ਲੱਗ ਗਿਆ, ਪਿੰਡ ਵਾਲੇ ਵੀ ਆਣ ਮਿਲੇ, ਕਿਉਂਕਿ ਉਸਦੇ ਘਰੋਂ ਤੋਂ ਜਾਣ ਦਾ ਜੋ ਕਾਰਨ ਸੀ ਉਹ ਵਾਜਬ ਸੀ, ਸਹੀ ਸੀ, ਉਹ ਪੜ੍ਹਨਾ ਚਾਹੁੰਦਾ ਸੀ। ਇਸ ਲਈ ਉਹਨੂੰ ਇਹ ਬਿਲਕੁਲ ਕਿਸੇ ਨੇ ਬੁਰਾ ਨਹੀਂ ਮਨਾਇਆ ਅਤੇ ਉਸਦੇ ਨਾਲ ਉਸਦਾ ਸਾਥ ਹੀ ਦਿੱਤਾ। ਕਹਿੰਦੇ ਮੇਰੇ ਨਾਨਕੇ ਮੋਨੇ ਸਨ, ਉਸਦੀ ਇੱਕ ਮਾਮੀ ਜਿਹੜੀ ਸਿੱਖਾਂ ਦੀ ਬੇਟੀ ਸੀ ਅਤੇ ਉਹ ਕਾਫੀ ਉਸਨੂੰ ਪਿਆਰ ਕਰਦੀ ਸੀ, ਮੇਰੇ ਨਾਲ ਉਸਦੀ ਬਹੁਤ ਬਣਦੀ ਸੀ ਅਤੇ ਮੈਨੂੰ ਉਹ ਨਾਨੀ ਤੋਂ ਚੋਰੀ ਘਿਓ ਵੀ ਖਵਾਉਂਦੀ ਸੀ। ਪਰ ਇੱਕ ਵਾਰ ਪਲੇਗ ਦੀ ਬਿਮਾਰੀ ਹੋ ਗਈ, ਜਿਹਦੇ ਕਰਕੇ ਉਹ ਨਾਨੀ ਦੀ, ਮਾਮੀ ਦੀ ਉਮਰ ਥੋੜ੍ਹੀ ਘੱਟ ਗਈ ਅਤੇ ਉਹ ਉਸਦੀ ਮੌਤ ਹੋ ਗਈ। ਕਹਿੰਦਾ ਕਿ ਮੈਂ ਉਸਨੂੰ ਬਚਾਉਣ ਦੀ ਵੀ ਕਾਫੀ ਕੋਸ਼ਿਸ਼ ਕੀਤੀ, ਉਸਨੂੰ ਬਚਾਉਣ ਵਾਸਤੇ ਵੀ ਜੋ ਦਵਾ ਦਾਰੂ ਕੋਈ ਕਹਿੰਦਾ ਸੀ ਮੈਂ ਕਰਦਾ, ਪਰ ਸ਼ਾਇਦ ਉਸਦੀ ਉਮਰ ਜ਼ਿਆਦਾ ਨਹੀਂ ਸੀ। ਮੇਰੇ ਸਾਹਮਣੇ ਹੀ ਮੇਰੀ ਮਾਮੀ ਪੂਰੀ ਹੋ ਗਈ ਅਤੇ ਕਹਿੰਦੇ ਇੱਕ ਆਪਣੀ ਜਿਹੜੀ ਛੋਟੀ ਉਹਦੀ ਭੈਣ ਸੀ ਲక్ష్ਮੀ, ਮਾਮੀ ਦੀ ਬੇਟੀ, ਉਹਦੇ ਨਾਲ ਕਿਹਾ ਕਿ ਤੂੰ ਕਰੀ ਕੋਸ਼ਿਸ਼ ਕਿ ਇਸ ਦਾ ਵਿਆਹ ਕਿਸੇ ਚੰਗੀ ਬਿਰਤੀ ਵਾਲੇ ਅਤੇ ਵਧੀਆ ਸਰਦਾਰ ਪਰਿਵਾਰ ਵਿੱਚ ਹੋਵੇ। ਜਿਸ ਦੇ ਨਾਲ ਉਸ ਲੜਕੀ ਦਾ ਰਿਸ਼ਤਾ ਹੋਇਆ ਸੀ ਉਹ ਕੋਈ ਬਹੁਤ ਵਧੀਆ ਨਹੀਂ ਸੀ, ਅਨਪੜ੍ਹ ਜਿਹਾ ਅਤੇ ਅੱਖ ਤੋਂ ਵੀ ਬਹੁਤਾ ਵਧੀਆ ਲੜਕਾ ਨਹੀਂ ਸੀ। ਪਰ ਕਹਿੰਦਾ ਕਿ ਸ਼ਾਇਦ ਮੇਰੇ ਦਿਲ ਵਿੱਚ ਆਪਣੀ ਮਾਮੀ ਪ੍ਰਤੀ ਪਿਆਰ ਸੀ, ਸਤਿਕਾਰ ਸੀ ਅਤੇ ਮੈਂ ਵੀ ਕੀ ਕੀਤਾ, ਉਸ ਮਾਮੀ ਦੀ ਬੇਟੀ ਨੂੰ ਆਪਣੇ ਵਧੀਆ ਤਰੀਕੇ ਦੇ ਨਾਲ ਚੰਗਾ ਲੜਕਾ ਲੱਭ ਕੇ ਉਸਦਾ
ਇੱਕ ਵਧੀਆ ਚੰਗੇ ਪਰਿਵਾਰ ਦੇ ਨਾਲ ਵਿੱਚ ਵਿਆਹ ਕਰਵਾਇਆ। ਉਹ ਵੀ ਆਪਣੇ ਪਰਿਵਾਰ ਵਿੱਚ ਨਿੱਤ ਕੀਰਤਨ ਕਰਾਉਂਦੀ, ਸਾਰੇ ਟੱਬਰ ਨੂੰ ਉਹ ਵੀ ਸਿੱਖ ਧਰਮ ਨਾਲ ਜੋੜ ਕੇ ਰੱਖਦੀ। ਜਦੋਂ ਸੰਨ 1947 ਵਿੱਚ ਉਸਦਾ ਸਭ ਕੁਝ ਖਤਮ ਹੋ ਗਿਆ ਅਤੇ ਉਹ ਵੀ ਦਿੱਲੀ ਵਿੱਚ ਆਣ ਵਸੇ, ਮੈਂ ਕਹਿੰਦੇ ਉਸਦੇ ਪੁੱਤਰ ਦਾ ਰਿਸ਼ਤਾ ਫਿਰ ਆਪਣੇ ਇੱਕ ਦੋਸਤ ਦੀ ਲਾਇਕ ਬੇਟੀ ਨਾਲ ਕਰਵਾਇਆ। ਕਈ ਵਾਰ ਉਹ ਦੇਖ ਕੇ ਹੈਰਾਨ ਵੀ ਹੁੰਦੇ ਕਿ ਕੀ ਇਹ ਲੜਕਾ ਕਿਉਂ ਇੰਨਾ ਕਰ ਰਿਹਾ ਹੈ। ਮਾਮੀ ਦੀ ਬੇਟੀ ਅਤੇ ਉਸਦਾ ਪਰਿਵਾਰ ਮੇਰੇ ਪਿਆਰ ਨੂੰ ਦੇਖ ਕੇ ਹੈਰਾਨ ਵੀ ਹੁੰਦੇ, ਪਰ ਉਹਨਾਂ ਨੂੰ ਕੀ ਪਤਾ ਸੀ ਕਿ ਇਹ ਸਾਰਾ ਕੁਛ ਮੈਂ ਉਸ ਮਾਮੀ ਦੀ ਯਾਦ ਵਿੱਚ ਕਰ ਰਿਹਾ ਹਾਂ, ਜਿਹੜੀ ਮਾਮੀ ਮੈਨੂੰ ਉਸ ਸਮੇਂ ਮੇਰਾ ਸਾਥ ਦਿੱਤਾ ਸੀ, ਜਦੋਂ ਮੇਰਾ ਅਜੇ ਕੋਈ ਨਹੀਂ ਸੀ ਅਤੇ ਜਦੋਂ ਮੈਂ ਅਜੇ ਪ੍ਰਿੰਸੀਪਲ ਨਹੀਂ ਸੀ ਬਣਿਆ। ਉਸਨੇ ਮੇਰੀ ਪੜ੍ਹਾਈ ਵਿੱਚ ਕਿੰਨੀ ਮਦਦ ਕੀਤੀ ਸੀ ਜਾਂ ਮੇਰੇ ਖਾਣ ਪੀਣ ਦਾ ਉਹ ਕਿੰਨਾ ਖਿਆਲ ਰੱਖਦੀ ਸੀ। ਉਹ ਮਾਮੀ ਹਰ ਹਫ਼ਤੇ ਉਸਨੂੰ ਪੈਸੇ ਵੀ ਦਿੰਦੀ ਸੀ। ਜਦੋਂ ਮੇਰੇ ਕੋਲ ਸਰਗੋਧੇ ਜਾਣ ਦਾ ਕਿਰਾਇਆ ਬਣ ਗਿਆ ਅਤੇ ਫਿਰ ਮੈਂ ਗੱਡੀ ਚੜ੍ਹ ਕੇ ਚਲਾ ਗਿਆ। ਜਦੋਂ ਉਹ ਉੱਥੇ ਗਿਆ, ਉੱਥੇ ਉਸਦਾ ਭਰਾ ਬਾਰਕ ਮਾਸਟਰੀ ਵਿੱਚ ਨੌਕਰ ਸੀ। ਮੈਂ 1906 ਤੋਂ ਲੈ ਕੇ 1908 ਤੱਕ ਡਿਸਟ੍ਰਿਕਟ ਬੋਰਡ ਦੇ ਸਕੂਲ ਵਿੱਚ ਪੜ੍ਹਦਾ ਰਿਹਾ। ਸਕੂਲ ਦਾ ਹੈੱਡ ਮਾਸਟਰ ਜੋ ਲਾਲਾ ਕੁੰਦਨ ਲਾਲ ਜੀ, ਮੂੰਹ ਤੋਂ ਬਿਲਕੁਲ ਬੇਸ਼ਕਲ ਅਤੇ ਲੱਤ ਵੀ ਉਹਨਾਂ ਦੀ ਲੰਗੜੀ ਸੀ, ਪਰ ਉਹ ਇਨਸਾਨ ਦਿਲ ਦਾ ਬਹੁਤ ਸੋਹਣਾ ਅਤੇ ਲਿਆਕਤ ਦੇ ਵਿੱਚ ਉਹ ਆਪਣੀ ਮਿਸਾਲ ਆਪ ਸੀ, ਬਹੁਤ ਇੰਟੈਲੀਜੈਂਟ ਸੀ। ਉਹਨਾਂ ਨੇ ਮੇਰੀ ਅੰਗਰੇਜ਼ੀ ਠੀਕ ਕੀਤੀ ਅਤੇ ਅੰਗਰੇਜ਼ੀ ਲਿਟਰੇਚਰ ਵਿੱਚ ਮੇਰੀ ਬਹੁਤ ਡੂੰਘੀ ਦਿਲਚਸਪੀ ਪਵਾਈ। ਕਹਿੰਦਾ ਉਹਨਾਂ ਦੇ ਪੜ੍ਹਾਉਣ ਦਾ ਢੰਗ ਇੰਨਾ ਕੁ ਚੰਗਾ ਸੀ ਕਿ ਮੈਂ ਹੁਣ ਤੱਕ ਉਹੋ ਜਿਹਾ ਉਸਤਾਦ ਨਹੀਂ ਡਿੱਠਾ। ਮਤਲਬ ਬਾਹਰੀ ਸ਼ਕਲ ਨੂੰ ਦੇਖ ਕੇ ਅੰਦਰਲਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ। ਜਦੋਂ ਵਿਦਿਆਰਥੀਆਂ ਦੀ ਉਮਰ, ਉਹਨਾਂ ਦੀ ਰੁਚੀ ਕੀ ਹੈ, ਉਹਦੇ ਮੁਤਾਬਿਕ ਆਪਣੇ ਕੋਲੋਂ ਕਿਤਾਬਾਂ ਦਿੰਦੇ ਸਨ ਅਤੇ ਦੇਖਦੇ ਕਿ ਕੀ ਇਹ ਬੱਚਾ ਪੜ੍ਹ ਰਿਹਾ ਹੈ ਅਤੇ ਦੁਬਾਰਾ ਉਸਨੂੰ ਨੋਟ ਕਰਕੇ ਉਸਦੀ ਲਿਆਕਤ ਨੂੰ ਵਧਾਉਂਦੇ ਰਹਿੰਦੇ। ਲੇਖਕ ਪ੍ਰਿੰਸੀਪਲ ਤੇਜਾ ਸਿੰਘ ਦੇ ਅਨੁਸਾਰ ਉਹਨਾਂ ਨੇ ਵੀ ਇਹਨਾਂ ਨੂੰ ਗ੍ਰਿਮਸ ਫੇਰੀ ਟੇਲਸ, ਰੋਬਿਨਸਨ ਕਰੂਜ਼ੋ, ਹੈਰੀਵਰਡ ਦਾ ਵੇਕ ਅਤੇ ਅਰੇਬੀਅਨ ਨਾਈਟਸ ਦੀਆਂ ਬੁੱਕਸ ਵਾਰ-ਵਾਰ ਦਿੱਤੀਆਂ ਅਤੇ ਨਾਲ ਉਹਨਾਂ ਨੇ ਬਹੁਤ ਸੋਹਣੀ ਗੱਲ ਕਹੀ ਕਿ ਜਿਹੜੀ ਕਿਤਾਬ ਤੁਸੀਂ 3 ਜਾਂ 4 ਦਿਨਾਂ 'ਚ ਨਹੀਂ ਨਾ ਮੁਕਾ ਲੈਂਦੇ, ਉਹ ਕਿਤਾਬ ਪੜ੍ਹਨਾ ਵਿਅਰਥ ਹੈ। ਮਤਲਬ ਕਿਤਾਬ ਨੂੰ ਪੜ੍ਹਦਿਆਂ ਉਹਦੇ ਵਿੱਚ ਇੰਟਰਸਟ ਇਹੋ ਜਿਹਾ ਪੈਦਾ ਹੋ ਜਾਵੇ ਕਿ ਸਾਡਾ ਉਸ ਤੋਂ ਬਿਨਾਂ ਸੌਣ ਨੂੰ ਦਿਲ ਨਾ ਕਰੇ। ਇਹ ਕਦੋਂ ਖ਼ਤਮ ਹੁੰਦੀ ਹੈ, ਕਦੋਂ ਖ਼ਤਮ ਹੁੰਦੀ ਹੈ, ਅੱਗੇ ਕੀ ਹੋਇਆ, ਅੱਗੇ ਕੀ ਹੋਇਆ, ਇਹ ਜਾਣਨ ਦੀ ਇੱਛਾ ਬਣੀ ਰਵੇ ਅਤੇ ਉਸੇ ਹੀ ਕਿਤਾਬ ਵਿੱਚ ਸਾਡਾ ਸਹੀ ਇੰਟਰਸਟ ਹੁੰਦਾ ਹੈ। ਕਹਿੰਦੇ ਇਸੇ ਤਰ੍ਹਾਂ ਕਰਦਿਆਂ ਹੀ 7ਵੀਂ ਜਮਾਤ ਦੇ ਅਖੀਰ ਤੱਕ ਉਹਨਾਂ ਨੇ ਮੈਕਾਲੇ ਦੇ ਲੇਖਾਂ ਦੀ ਕਿਤਾਬ ਵੀ ਪੜ੍ਹਵਾ ਲਈ ਸੀ। ਉਹ ਕਿਤਾਬ ਮੈਂ ਹੁਣ ਤੱਕ ਸਾਂਭ ਕੇ ਰੱਖੀ ਹੋਈ ਹੈ। ਜਿੱਥੇ ਜਿੱਥੇ ਮੈਨੂੰ ਕੋਈ ਲਾਈਨ, ਕੋਈ ਸਤਰ ਚੰਗੀ ਲੱਗਦੀ ਅਤੇ ਮੈਂ ਉੱਥੇ ਆਪਣੀ ਪਸੰਦੀ ਦੇ ਨਿਸ਼ਾਨ ਲਗਾਉਂਦਾ। ਖ਼ਾਸ ਤੌਰ 'ਤੇ ਕਲਾਈ ਵੌਨ ਹੇਸਟਿੰਗਜ਼ ਆਦਿ ਦੇ ਲੇਖਾਂ ਦੇ ਹਾਸ਼ੀਏ ਵਿੱਚ ਮੈਂ ਆਪਣੇ ਗੁੱਸੇ ਗਿਲੇ ਵੀ ਜ਼ਾਹਿਰ ਕੀਤੇ, ਕਿਹੜੀ ਉਹਨਾਂ ਦੀ ਗੱਲ ਪਸੰਦ ਆਈ, ਕਿਹੜੀ ਨਹੀਂ ਪਸੰਦ ਆਈ। ਇਸ ਪ੍ਰਕਾਰ ਲੇਖਕ ਨੇ ਇਸ ਕਿਤਾਬ ਦੇ ਵਿੱਚ ਜਿਹੜੀ ਪਹਿਲੀ ਮੁੱਢਲੀ ਅਵਸਥਾ ਉਹਨਾਂ ਨੇ ਆਪਣਾ ਦੱਸਿਆ ਅਤੇ ਉਸ ਤੋਂ ਬਾਅਦ ਮਿਡਲ ਦੀ ਪੜ੍ਹਾਈ, ਇਹ ਉਹਨਾਂ ਦੀ ਮਿਡਲ ਦੀ ਪੜ੍ਹਾਈ ਸੀ, ਜਿਹਦੇ ਵਿੱਚ ਲਾਲਾ ਕੁੰਦਨ ਲਾਲ ਜੀ ਨੇ ਉਹਨਾਂ ਦੀ ਜ਼ਿੰਦਗੀ ਨੂੰ ਹੋਰ ਵਧੀਆ ਤਰੀਕੇ ਨਾਲ ਕੀਤਾ। ਕਹਿੰਦੇ ਮੈਂ ਮਹੀਨੇ ਦੇ 30 ਦਿਨਾਂ ਵਿੱਚੋਂ 26 ਦਿਨ ਥੀਏਟਰ ਦੇਖਦਾ ਸੀ। ਮਤਲਬ ਥੀਏਟਰ ਦੇ ਨਾਲ ਵੀ ਉਹਨਾਂ ਦਾ ਇੰਨਾ ਇੰਟਰਸਟ ਸੀ। ਨਾਟਕ ਬਹੁਤ ਦੇਖਦੇ ਸਨ। ਚੰਦਰਹਾਸ, ਬਿਕਰਮਜੀਤ, ਰਾਣਾ ਪ੍ਰਤਾਪ ਆਦਿ ਕੌਮੀ ਉੱਚਤਾ ਵਾਲੇ ਨਾਟਕ ਉਹ ਦੇਖਦੇ ਸਨ। ਇਹਨਾਂ ਖੇਡਾਂ ਦਾ ਉਹਨਾਂ 'ਤੇ ਇੰਨਾ ਅਸਰ ਪਿਆ। ਕਹਿੰਦੇ ਮੈਨੂੰ ਇੱਦਾਂ ਲੱਗਣ ਲੱਗ ਪਿਆ ਕਿ ਅਸਲੀ ਜ਼ਿੰਦਗੀ ਤਾਂ ਹੈ ਹੀ ਸਟੇਜ ਵਾਲੀ, ਇਹ ਬਾਹਰਲੀ ਜ਼ਿੰਦਗੀ ਤਾਂ ਐਵੇਂ ਵਾਧੂ ਜਿਹੀ, ਨਕਲੀ ਜਿਹੀ ਹੈ। ਮੇਰਾ ਦਿਲ ਕੀਤਾ, ਮੇਰੀ ਇੱਛਾ ਹੋਈ ਇੱਕ ਵਾਰ ਰਾਈਟਰ ਦੀ ਕਿ ਇਹ ਜਿਹੜੇ ਐਕਟਰ ਆ, ਜੇ ਸਾਡੇ ਕੋਠੇ ਬੈਠ ਕੇ, ਸਾਡੇ ਕੋਲ ਬੈਠ ਕੇ ਸਾਨੂੰ ਆਪਣੀ ਐਕਟਿੰਗ ਕਰਕੇ ਦਿਖਾਉਣ ਤਾਂ ਕਿੱਦਾਂ ਦਾ ਲੱਗੇ। ਕਿਉਂਕਿ ਜਿਵੇਂ ਅਸੀਂ ਫਿਲਮਾਂ ਦੇ ਵਿੱਚ ਹੀਰੋ ਹੀਰੋਇਨ ਨੂੰ ਦੂਰੋਂ ਦੇਖਦੇ ਹਾਂ ਨਾ, ਉਹਨਾਂ ਨੂੰ ਜਾਣਨ ਦੀ ਇੱਛਾ ਰਹਿੰਦੀ ਹੈ। ਇੱਦਾਂ ਹੀ ਪ੍ਰਿੰਸੀਪਲ ਤੇਜਾ ਸਿੰਘ ਨੇ ਕੀਤੀ ਅਤੇ ਫਿਰ ਇਸ ਗੱਲ ਨੂੰ ਜਾਣਦਿਆਂ ਉਹਨਾਂ ਨੇ, ਲਾਲਾ ਕੁੰਦਨ ਲਾਲ ਜੀ ਨੇ ਉਹਨਾਂ ਵਾਸਤੇ ਬੱਚਿਆਂ ਲਈ ਪ੍ਰਬੰਧ ਕੀਤਾ ਕਿ ਕਿਉਂ ਨਾ ਐਕਟਰਾਂ ਨੂੰ ਅਸੀਂ ਕੋਠੇ 'ਤੇ ਬਿਠਾਈਏ। ਕਹਿੰਦੇ ਮੈਂ ਕੁਰਸੀ ਦੀ ਢੋਅ ਨਾਲ ਖੜ੍ਹਾ ਸੁਣਦਾ ਸੀ ਅਤੇ ਗਾਉਣ ਵਾਲੇ ਦੀ ਸਿਸਕੀਆਂ ਦੇ ਨਾਲ ਨਾਲ ਮੇਰੀਆਂ ਅੱਖਾਂ 'ਚੋਂ ਵੀ ਅੱਥਰੂ ਨਿਕਲਦੇ ਸਨ, ਕਿਉਂਕਿ ਉਹ ਉਸ
ਜਿਹੜੀ ਦਿਲ ਦੀ ਸੰਵੇਦਨਸ਼ੀਲਤਾ ਸੀ ਕਲਾਕਾਰਾਂ ਦੀ, ਉਸਨੂੰ ਮਹਿਸੂਸ ਕਰਦੇ ਸਨ। ਉਹਨਾਂ ਦੀਆਂ ਜਿਹੜੀਆਂ ਲਾਈਨਾਂ ਅੱਜ ਤੱਕ ਮੈਨੂੰ ਯਾਦ ਨੇ, ਬੇਕਸੀ ਰੋਏਗੀ ਤੁਰਪਤ ਪੇ ਮੇਰੀ ਬਾਹ ਤੇ ਫਨਾ, ਗਮੇ ਰੰਸ ਹੋਂਗੇ ਮੇਰੀ ਲਾਸ਼ ਉਠਾਣੇ ਵਾਲੇ। ਥੀਏਟਰ ਦੇਖਦਿਆਂ ਦੇਖਦਿਆਂ ਇਹ ਅਸਰ ਹੋਇਆ ਕਿ ਕਹਿੰਦੇ ਮੈਂ ਵੀ ਥੋੜ੍ਹਾ ਥੋੜ੍ਹਾ ਲਿਖਣਾ ਸ਼ੁਰੂ ਕਰ ਦਿੱਤਾ। ਹਾਲਾਂਕਿ ਅਜੇ ਉਹ ਸਿਰਫ 7ਵੀਂ ਜਮਾਤ ਵਿੱਚ ਪੜ੍ਹਦੇ ਸਨ। ਫਿਰ ਉਹਨਾਂ ਨੇ ਚਿੱਤਰਕਾਰੀ ਉੱਤੇ ਅੰਗਰੇਜ਼ੀ ਵਿੱਚ ਇੱਕ ਕਿਤਾਬ ਲਿਖੀ ਜੋ ਉਹਨਾਂ ਨੇ ਆਪਣੇ ਕੋਲ ਸੰਭਾਲ ਕੇ ਰੱਖੀ। ਫਿਰ ਇਸ ਤੋਂ ਬਾਅਦ ਉਹਨਾਂ ਨੇ ਸਾਹਿਬਜ਼ਾਦਿਆਂ ਦੀ ਸ਼ਹੀਦੀ, ਦਸ਼ਮੇਸ਼ ਪਿਤਾ ਦੀ ਅਦੁੱਤੀ ਸ਼ਖਸੀਅਤ 'ਤੇ ਇੱਕ ਅੰਗਰੇਜ਼ੀ ਨਾਟਕ ਲਿਖਿਆ ਜੋ ਉਸ ਸਮੇਂ 'ਤੇ ਰਸਾਲਿਆਂ ਨੇ ਨਾ ਛਾਪਿਆ, ਪਰ ਕੁਝ ਬਾਅਦ ਵਿੱਚ ਥੋੜ੍ਹੇ ਸਮੇਂ ਬਾਅਦ ਸਿੱਖ ਰਿਵਿਊ ਨਾਮ ਦੇ ਇੱਕ ਮੈਗਜ਼ੀਨ ਨੇ ਉਸਨੂੰ ਆਪਣੇ ਵਿੱਚ ਥਾਂ ਦਿੱਤੀ। ਫਿਰ 1956 ਵਿੱਚ ਕੁਝ ਸੀਨ ਅਭਿਨੰਦਨ ਗ੍ਰੰਥ ਵਿੱਚ ਛਾਪੇ। ਉਸ ਰਚਨਾ ਦੀ ਇਹ ਤੁਕ ਮੈਨੂੰ ਅੱਜ ਵੀ ਕਹਿੰਦੇ ਜ਼ੁਬਾਨੀ ਯਾਦ ਹੈ, ਨੈਵਰ ਵਾਜ਼ ਇੰਡੀਆ ਲੋਸਟ ਬਟ ਬਾਏ ਹਰ ਓਨ। ਭਾਰਤ ਜਦੋਂ ਵੀ ਹਾਰਿਆ ਆਪਣਿਆਂ ਦੇ ਹੱਥੋਂ ਹਾਰਿਆ। ਅੱਗੇ ਚਲਦਿਆਂ ਅਸੀਂ ਦੇਖਦੇ ਹਾਂ ਕਿ ਪ੍ਰਿੰਸੀਪਲ ਤੇਜਾ ਸਿੰਘ ਦਾ ਜੀਵਨ 1908 ਦੇ ਵਿੱਚ ਉਹਨਾਂ ਨੇ ਮਿਡਲ ਦਾ ਇਮਤਿਹਾਨ ਦਿੱਤਾ। ਇਹ ਜਿਹੜਾ ਇਮਤਿਹਾਨ ਸੀ, ਪਿੰਡੀ ਡਿਵੀਜ਼ਨ ਦੇ ਸਾਰੇ ਮਿਡਲ ਸਕੂਲਾਂ ਦੇ ਮੁਕਾਬਲੇ ਦਾ ਇਮਤਿਹਾਨ ਇੱਕੋ ਹੀ ਸੈਂਟਰ ਬਣਿਆ, ਸ਼ਾਹਪੁਰ ਵਿੱਚ ਹੋਇਆ। ਲੇਖਕ ਵੀ ਉਸ ਮੁਕਾਬਲੇ ਵਿੱਚ ਬੈਠਿਆ। ਕੁਝ ਹਫ਼ਤਿਆਂ ਮਗਰੋਂ ਹੈਡਮਾਸਟਰ ਸਾਹਿਬ ਮੇਰੇ ਸਕੂਲ ਦੇ ਹਾਲ ਵਿੱਚ ਮੈਨੂੰ ਬੁਲਾਇਆ ਗਿਆ। ਮੈਂ ਗਿਆ। ਬਹੁਤ ਵੱਡਾ ਜਲਸਾ ਹੋ ਰਿਹਾ ਸੀ। ਸਰ ਮੈਲਕੁਲ ਹੇਲ ਜੋ ਉੱਥੋਂ ਦੇ ਕਲੋਨੀਅਲ ਅਫਸਰ ਸਨ, ਉਹ ਉੱਥੇ ਪ੍ਰਧਾਨਗੀ ਦੀ ਕੁਰਸੀ 'ਤੇ ਬੈਠੇ ਸਨ। ਇੰਸਪੈਕਟਰ ਸਾਹਿਬ ਨੇ ਸਾਰੇ ਰਿਜ਼ਲਟ ਦੱਸੇ ਅਤੇ ਨਾਲ ਦੱਸਿਆ ਕਿ ਇਹ ਲੜਕਾ ਅਵਲ ਰਿਹਾ ਹੈ। ਮਤਲਬ ਇਸ ਪ੍ਰਕਾਰ ਅਸੀਂ ਦੇਖਦੇ ਹਾਂ ਕਿ ਪਿੰਡੀ ਡਿਵੀਜ਼ਨ ਦੇ ਸਾਰੇ ਮਿਡਲ ਸਕੂਲਾਂ ਦੇ ਵਿੱਚੋਂ ਲੇਖਕ ਪ੍ਰਿੰਸੀਪਲ ਤੇਜਾ ਸਿੰਘ ਅਵਲ ਰਿਹਾ, ਫਸਟ ਰਿਹਾ। ਇਹ ਸੀ ਇਸ ਪਾਠ ਦਾ ਅੰਤ। ਪਰ ਇਹ ਅੰਤ ਨਹੀਂ ਆ ਜੇ ਤੁਸੀਂ ਪਿੱਛੇ ਚੱਲ ਕੇ ਦੇਖੋ। ਪ੍ਰਿੰਸੀਪਲ ਤੇਜਾ ਸਿੰਘ ਨੇ ਆਪਣੇ ਇਸ ਪਾਠ ਦੇ ਵਿੱਚ ਸਾਡੇ ਨਾਲ ਚੰਗੀ ਤਰ੍ਹਾਂ ਖੁੱਲ੍ਹ ਕੇ ਗੱਲ ਕੀਤੀ ਹੈ ਕਿ ਪੜ੍ਹਾਈ 5ਵੀਂ ਪਾਸ ਕੀਤੀ, ਕਿਵੇਂ ਟਾਈਮ ਲੰਘਾਇਆ, ਕਿਹੜੇ ਲੋਕਾਂ ਨੇ ਉਹਨੂੰ ਆਪਣੇ ਨਾਲ ਜੋੜਿਆ, ਕਿੱਥੋਂ ਕੀ ਸਿੱਖਿਆ। ਪਰ ਸਿੱਖਣਾ ਹੋਰ ਗੱਲ ਹੈ, ਰਸਮੀ ਸਿਖਲਾਈ ਦੀ ਕਮੀ ਉਹਨਾਂ ਨੂੰ ਮਹਿਸੂਸ ਹੁੰਦੀ ਸੀ, ਜਿਸ ਕਰਕੇ ਉਹਨਾਂ ਨੇ ਫਿਰ ਵੀ ਆਪਣੇ ਮਨ ਵਿੱਚ ਪੜ੍ਹਨ ਦੀ ਇੱਛਾ ਨਹੀਂ ਛੱਡੀ ਅਤੇ ਕੀ ਕੀਤਾ, ਘਰਦਿਆਂ ਤੋਂ ਚੋਰੀ ਉੱਥੇ ਆ ਰੁਕੇ ਸ਼ਹਿਰ ਵਿੱਚ, ਜਿੱਥੇ ਉਹਨਾਂ ਦਾ ਨਾ ਕੋਈ ਜਾਣਦਾ ਸੀ ਨਾ ਪਛਾਣਦਾ। ਛੋਟੀ ਨੌਕਰੀ ਕੀਤੀ, ਘਰ ਦੇ ਵਿੱਚ ਕੰਮ ਕਰਨ ਦਾ ਕੰਮ ਕੀਤਾ। ਸਿਰਫ ਇੱਕ ਇੱਛਾ ਇੰਨੀ ਬਲਵਾਨ, ਪੜ੍ਹਨ ਦੀ ਇੱਛਾ। ਤੁਸੀਂ ਬੇਟਾ ਦੇਖੋ ਇਹ ਕਿੰਨੀ ਵੱਡੀ ਗੱਲ ਆ। ਜੇ ਉਹਨਾਂ ਨੇ ਉਦੋਂ ਕੁਰਬਾਨੀ ਕੀਤੀ, ਉਹਨਾਂ ਨੇ ਘਰ ਛੱਡਣ ਦਾ ਹੌਸਲਾ ਕੀਤਾ ਅਤੇ ਅੱਜ ਉਹਨਾਂ ਦੀ ਕਿਤਾਬ ਨੂੰ ਅਸੀਂ ਪੜ੍ਹ ਰਹੇ ਹਾਂ, ਅੱਜ ਉਹਨਾਂ ਦੀ ਸਵੈ ਜੀਵਨੀ ਨੂੰ ਅਸੀਂ ਪੜ੍ਹ ਰਹੇ ਹਾਂ, ਜਿਹੜੇ ਅੱਗੇ ਪੜ੍ਹਨ ਵਾਲੇ ਵਿਦਿਆਰਥੀ ਨੇ। ਮਤਲਬ ਇਹਨਾਂ ਦੀ ਜ਼ਿੰਦਗੀ ਤੋਂ ਬਹੁਤ ਕੁਝ ਸਿੱਖਣ ਵਾਲਾ ਹੈ। ਹੁਣ ਮੈਂ ਤੁਹਾਨੂੰ ਅਭਿਆਸ ਵਾਸਤੇ ਕੁਝ ਪ੍ਰਸ਼ਨ ਦੱਸਦੀ ਹਾਂ। ਤੁਸੀਂ ਇਹਨਾਂ ਨੂੰ ਕੋਸ਼ਿਸ਼ ਕਰਿਓ ਕਿ ਹੁਣੇ ਨਾਲ ਦੀ ਨਾਲ ਹੀ ਆਪਣੇ ਆਪ ਵਿੱਚ ਕਰਕੇ ਦੇਖੋ, ਜੇ ਤੁਸੀਂ ਲੈਸਨ ਨੂੰ ਚੰਗੀ ਤਰ੍ਹਾਂ ਸਮਝਣ ਆਏ। ਅਤੇ ਇੱਕ ਤਾਂ ਇਹਦੇ ਵਿੱਚ ਇਹ ਆ ਕਿ ਜੇ ਤੁਸੀਂ ਇਹ ਦੇਖੋ, ਛੋਟੇ ਪ੍ਰਸ਼ਨ ਜਿਵੇਂ ਆਪਾਂ ਨੂੰ ਇਸ ਕਿਤਾਬ ਦੇ ਵਿੱਚੋਂ ਆਉਣੇ ਨੇ, ਬਿਲਕੁਲ ਵਸਤੂਨਿਸ਼ਟ। ਇਹਦੇ ਵਾਸਤੇ ਪ੍ਰਿੰਸੀਪਲ ਤੇਜਾ ਸਿੰਘ ਦੀ ਸਵੈ ਜੀਵਨੀ, ਪੂਰੀ ਜਿਹੜੀ ਉਹਨਾਂ ਦੀ ਸਵੈ ਜੀਵਨੀ, ਉਸ ਕਿਤਾਬ ਦਾ ਨਾਮ ਕੀ ਸੀ। ਇਸ ਤੋਂ ਬਾਅਦ ਅਸੀਂ ਇਹ ਛੋਟੇ ਪ੍ਰਸ਼ਨ ਕਰ ਸਕਦੇ ਹਾਂ ਕਿ ਉਹਨਾਂ ਨੂੰ ਤਸਵੀਰਾਂ ਸਿੱਖਣ ਦਾ ਸ਼ੌਂਕ ਕਿੱਥੋਂ ਪੈਦਾ ਹੋਇਆ, ਉਹਨਾਂ ਨੂੰ ਪੁਰਾਤਨ ਸਾਹਿਤ ਦੇ ਨਾਲ ਕਿਸ ਨੇ ਜੋੜਿਆ। ਪ੍ਰਿੰਸੀਪਲ ਤੇਜਾ ਸਿੰਘ ਨੇ ਇੱਕ ਨਾਟਕ ਵਿੱਚ ਰਾਜਾ ਹਰੀਸ਼ ਚੰਦਰ ਦੀ ਭੂਮਿਕਾ ਨਿਭਾਈ ਸੀ, ਸਹੀ ਹੈ ਜਾਂ ਗਲਤ ਹੈ। ਇਹ ਲੈਸਨ ਦੇ ਵਿੱਚ ਪ੍ਰਿੰਸੀਪਲ ਤੇਜਾ ਸਿੰਘ ਦੀ ਅੰਗਰੇਜ਼ੀ ਸਾਹਿਤ ਵਿੱਚ ਡੂੰਘੀ ਦਿਲਚਸਪੀ ਕਿਸ ਨੇ ਪਵਾਈ ਸੀ, ਨੂਰ ਖਾਨ ਨੇ, ਪੰਡਿਤ ਈਸਰ ਦਾਸ ਨੇ, ਲਾਲਾ ਕੁੰਦਨ ਲਾਲ ਜੀ ਨੇ ਜਾਂ ਜੈ ਕ੍ਰਿਸ਼ਨ ਨੇ। ਜੇ ਤੁਸੀਂ ਇਹਨਾਂ ਛੋਟੇ ਪ੍ਰਸ਼ਨਾਂ ਦਾ ਉੱਤਰ ਹੁਣੇ ਹੀ ਨਾਲ ਦੀ ਨਾਲ ਦੇ ਰਹੇ ਆ, ਦੈਟ ਮੀਨਸ ਕਿ ਤੁਸੀਂ ਇਸ ਪਾਠ ਨੂੰ ਚੰਗੀ ਤਰ੍ਹਾਂ ਸਮਝ ਗਏ ਆ। ਪ੍ਰਿੰਸੀਪਲ ਤੇਜਾ ਸਿੰਘ ਦੀ ਇਸ ਗੱਲ ਦਾ ਮਤਲਬ ਜ਼ਰੂਰ ਕਲੀਅਰ ਕਰਿਓ ਕਿ ਜਿਹੜੀ ਜਾਣ ਪਛਾਣ ਬਚਪਨ ਵਿੱਚ ਪੱਲੇ ਪੈਂਦੀ ਹੈ, ਉਹ ਹੀ ਤੋੜ ਨਿਭਦੀ ਹੈ।
ਇਹ ਟਿੱਪਣੀ ਦਾ ਕੀ ਮਤਲਬ ਹੈ? ਕਿਹੜੀ ਜਾਣ ਪਛਾਣ ਬਚਪਨ ਵਿੱਚ ਪੱਲੇ ਪਵੇ ਅਤੇ ਉਹ ਹੀ ਸਾਡੇ ਨਾਲ ਪੂਰੀ ਤਰ੍ਹਾਂ ਚੱਲਦੀ ਹੈ। ਇੱਕ ਹੋਰ ਪ੍ਰਸ਼ਨ ਹੈ ਕਿ ਪ੍ਰਿੰਸੀਪਲ ਤੇਜਾ ਸਿੰਘ ਨੂੰ ਆਪਣੇ ਆਸ-ਪਾਸ ਕਿਹੜੇ ਲੋਕ ਇਹੋ ਜਿਹੇ ਮਿਲੇ ਜਿਨ੍ਹਾਂ ਨੇ ਉਹਨਾਂ ਨੂੰ ਇਤਿਹਾਸ ਦੇ ਨਾਲ ਜੋੜਿਆ, ਸਾਹਿਤ ਦੇ ਨਾਲ ਜੋੜਿਆ ਜਾਂ ਫਿਰ ਮਿਥਿਹਾਸ ਦੇ ਨਾਲ ਜੋੜਿਆ। ਉਹਨਾਂ ਦੀ ਲਿਸਟ ਤਿਆਰ ਕਰੋ, ਕਿਹੜੇ ਵਿਅਕਤੀ ਦੇ ਕੋਲੋਂ ਉਹਨਾਂ ਨੇ ਕੀ ਸਿੱਖਿਆ। ਇਸ ਪਾਠ ਦੇ ਵਿੱਚ ਇੱਕ ਇਹ ਘਟਨਾ ਬਹੁਤ ਇੰਪੋਰਟੈਂਟ ਆ, ਚਾਹੇ ਉਹਨਾਂ ਨੇ ਇਸ ਨੂੰ ਹਾਸੇ ਵਾਲੇ ਤਰੀਕੇ ਨਾਲ ਦੱਸਿਆ ਹੋਇਆ ਹੈ। ਜਦੋਂ ਆਟਾ ਪਿਸਾ ਕੇ ਆਏ ਅਤੇ ਰਾਤ ਨੂੰ ਸਿਵਿਆਂ ਵਿੱਚੋਂ ਵਾਪਸ ਆਉਂਦਿਆਂ ਉਹਨਾਂ ਦੇ ਨਾਲ ਕਿਹੜੀ ਘਟਨਾ ਵਾਪਰੀ ਅਤੇ ਪ੍ਰਿੰਸੀਪਲ ਤੇਜਾ ਸਿੰਘ ਨੇ ਉਸ ਸਮੇਂ ਕਿਸ ਤਰੀਕੇ ਦੇ ਨਾਲ ਰਿਐਕਟ ਕੀਤਾ। ਪ੍ਰਿੰਸੀਪਲ ਤੇਜਾ ਸਿੰਘ ਨੇ ਉਸ ਸਮੇਂ ਕੀ ਸੋਚਿਆ, ਕੀ ਉਹਨਾਂ ਦੀ ਮਨੋ ਅਵਸਥਾ ਸੀ। ਇਸ ਤੋਂ ਬਿਨਾਂ ਇੱਕ ਹੋਰ ਪ੍ਰਸ਼ਨ ਹੈ, ਆਪਾਂ ਲੈਸਨ ਦੇ ਸ਼ੁਰੂ ਵਿੱਚ ਹੀ ਪੜ੍ਹਿਆ ਸੀ ਕਿ ਪ੍ਰਿੰਸੀਪਲ ਤੇਜਾ ਸਿੰਘ ਜੀ ਨੇ ਲਿਖਿਆ ਹੈ ਕਿ ਮੈਂ ਇਸ ਜ਼ਿੰਦਗੀ ਦੇ ਨਾਲ ਰਾਜ਼ੀ ਨਹੀਂ ਸਾਂ। ਕਿਹੜੀ ਜ਼ਿੰਦਗੀ ਦੀ ਉਹਨਾਂ ਨੇ ਗੱਲ ਕੀਤੀ ਹੈ, ਕਿਹੜੀ ਜ਼ਿੰਦਗੀ ਦੇ ਨਾਲ ਉਹ ਰਾਜ਼ੀ ਨਹੀਂ ਸਨ? ਕੀ ਇਹੋ ਜਿਹਾ ਕੰਮ ਸੀ ਜੋ ਉਹਨਾਂ ਨੂੰ ਪਸੰਦ ਨਹੀਂ ਸੀ ਅਤੇ ਕੀ ਇਹੋ ਜਿਹਾ ਕੰਮ ਸੀ ਜੋ ਉਹ ਕਰਨਾ ਚਾਹੁੰਦੇ ਸਨ? ਛੋਟੇ ਪ੍ਰਸ਼ਨਾਂ ਦੇ ਵਿੱਚ ਆਪਾਂ ਇਹ ਲਿਖ ਕਰ ਸਕਦੇ ਹਾਂ ਕਿ ਕਦੋਂ ਉਹ ਕਿਹੜੀ ਸਾਨੂੰ ਉਹ ਘਰਦਿਆਂ ਤੋਂ ਚੋਰੀ ਰਾਵਲਪਿੰਡੀ ਆਏ ਸਨ। ਦੂਸਰਾ ਆਪਾਂ ਇਹ ਕਰ ਸਕਦੇ ਹਾਂ ਕਿ ਥੜੇ ਦੇ ਉੱਪਰ ਉਸਨੂੰ ਕਿੰਨੇ ਬਜ਼ੁਰਗ ਮਿਲੇ। ਤੀਸਰਾ ਆਪਾਂ ਇਹ ਛੋਟਾ ਪ੍ਰਸ਼ਨ ਕਰ ਸਕਦੇ ਹਾਂ ਕਿ ਘਰ ਦੇ ਕੰਮ ਦੇ ਵਾਸਤੇ ਪ੍ਰਿੰਸੀਪਲ ਤੇਜਾ ਸਿੰਘ ਨੇ ਉਹਨਾਂ ਦੇ ਕੋਲੋਂ ਕੀ ਮੰਗ ਕੀਤੀ। ਅਗਲਾ ਛੋਟਾ ਪ੍ਰਸ਼ਨ ਇਹ ਹੈ ਕਿ ਉਹਨਾਂ ਦੀ ਜਿਹੜੀ ਮੰਮੀ ਸੀ ਉਹ ਉਸਦੇ ਵਾਸਤੇ ਕੀ ਖਾਸ ਸੇਵਾ ਕਰਦੀ ਸੀ ਜਿਹਦੇ ਕਰਕੇ ਉਹਨਾਂ ਦਾ ਆਪਣੀ ਮਾਮੀ ਦੇ ਨਾਲ ਇੰਨਾ ਪਿਆਰ ਸੀ। ਹੋਰ ਛੋਟਾ ਪ੍ਰਸ਼ਨ ਹੈ, ਮਾਮੀ ਦੀ ਮੌਤ ਕਿਸ ਬਿਮਾਰੀ ਨਾਲ ਹੋਈ। ਹੋਰ ਛੋਟਾ ਪ੍ਰਸ਼ਨ ਇਸ ਤੋਂ ਬਾਅਦ ਅੱਗੇ ਇਹ ਆਉਂਦਾ ਹੈ ਕਿ ਮਾਮੀ ਦੀ ਜਿਹੜੀ ਛੋਟੀ ਬੱਚੀ ਸੀ ਉਸ ਦਾ ਨਾਮ ਕੀ ਸੀ ਜਿਸ ਦੀ ਸੌਂਪਣਾ ਉਹ ਲੇਖਕ ਨੂੰ ਕਰਕੇ ਗਏ ਸਨ। ਇਸ ਪ੍ਰਕਾਰ ਵੱਖਰੇ ਪ੍ਰਸ਼ਨ, ਛੋਟੇ ਪ੍ਰਸ਼ਨ, ਵੱਡੇ ਪ੍ਰਸ਼ਨ, ਕਿਉਂਕਿ ਇਸ ਕਿਤਾਬ ਦੇ ਵਿੱਚੋਂ ਸਾਨੂੰ ਵਸਤੂਨਿਸ਼ਟ ਪ੍ਰਸ਼ਨ ਵੀ ਆਉਣੇ ਨੇ ਅਤੇ 5 ਨੰਬਰ ਵਾਲੇ ਪ੍ਰਸ਼ਨ ਵੀ ਆਉਣੇ ਨੇ, ਜਿਸ ਕਰਕੇ ਇਸ ਕਿਤਾਬ ਨੂੰ ਸਾਨੂੰ ਚੰਗੀ ਤਰੀਕੇ ਦੇ ਨਾਲ ਜੇ ਅਸੀਂ ਲੈਸਨ ਨੂੰ ਸਮਝਦੇ ਹਾਂ, ਕਹਾਣੀ ਨੂੰ ਸਮਝਦੇ ਹਾਂ ਅਤੇ ਸਾਡੇ ਵਾਸਤੇ ਇਹ ਛੋਟੇ ਪ੍ਰਸ਼ਨ ਕਰਨੇ ਬੜੇ ਸੌਖੇ ਹੋ ਜਾਂਦੇ ਨੇ। ਧੰਨਵਾਦ।